Hello students and welcome back on my YouTube channel. You are watching Commerce EduTech and my name is Harpreet Singh. Today we are going to discuss a new topic from plus 2 business studies and the topic is economic environment in India, new economic policy. ਦੇਖੋ ਇਕਨੋਮਿਕ ਇਨਵਾਇਰਨਮੈਂਟ ਦੇ ਰਿਗਾਰਡਿੰਗ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ। ਇਕਨੋਮਿਕ ਇਨਵਾਇਰਨਮੈਂਟ ਕੀ ਹੈ, ਕਿਸ ਤਰ੍ਹਾਂ ਬਿਜ਼ਨਸ ਨੂੰ ਇਫੈਕਟ ਕਰਦਾ ਇਹ। ਅੱਜ ਆਪਾਂ ਨਿਊ ਇਕਨੋਮਿਕ ਪੋਲਿਸੀ ਦੀ ਗੱਲ ਕਰਨੀ ਹੈ। ਇਸ ਤੋਂ ਪਹਿਲਾਂ ਆਪਾਂ ਟਿਲ ਦਾ ਇੰਡੀਪੈਂਡੈਂਸ ਤੋਂ 91 ਤੱਕ ਦੀ ਪੋਲਿਸੀ ਜੋ ਹੈ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਅੱਜ ਆਪਾਂ 91 ਦੀ ਪੋਲਿਸੀ ਨੂੰ ਡਿਸਕਸ ਕਰਨਾ ਹੈ ਕਿ 1991 ਦੇ ਵਿੱਚ ਜੋ ਨਵੀਂ ਪੋਲਿਸੀ ਬਣੀ ਸੀ ਉਹ ਪੋਲਿਸੀ ਕੀ ਸੀ, ਉਹਦੇ ਵਿੱਚ ਕੀ ਨਵੀਆਂ ਚੀਜ਼ਾਂ ਅਡੋਪਟ ਕੀਤੀਆਂ ਗਈਆਂ ਜਿਸ ਨੂੰ ਕਿ ਨਿਊ ਇਕਨੋਮਿਕ ਪੋਲਿਸੀ ਯਾਨੀ ਕਿ ਰੈਜ਼ੋਲਿਊਸ਼ਨ ਔਰ ਰੈਵੋਲਿਊਸ਼ਨ ਦਾ ਨਾਮ ਦਿੱਤਾ ਗਿਆ। ਠੀਕ ਹੈ, ਰੀਫਾਰਮਸ, ਇਕਨੋਮਿਕ ਰੀਫਾਰਮਸ ਵੀ ਇਸ ਨੂੰ ਕਿਹਾ ਜਾਂਦਾ ਹੈ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ। ਗਵਰਨਮੈਂਟ ਆਫ ਇੰਡੀਆ ਹੈਜ਼ ਅਨਾਊਂਸਡ ਨਿਊ ਇਕਨੋਮਿਕ ਪੋਲਿਸੀ ਇਨ ਜੁਲਾਈ 91। ਦੇਖੋ ਜੁਲਾਈ 91 ਦੇ ਅੰਡਰ ਇਸ ਪੋਲਿਸੀ ਨੂੰ ਜਿਹੜਾ ਹੈ ਲਾਂਚ ਕੀਤਾ ਗਿਆ, ਅਨਾਊਂਸ ਕੀਤਾ ਗਿਆ ਸੀ। ਅਕੋਰਡਿੰਗ ਟੂ ਦਾ ਸੀ ਰੰਗਾਰਾਜਨ, ਦ ਫਾਰਮਰ ਗਵਰਨਰ ਆਫ ਦਾ ਰਿਜ਼ਰਵ ਬੈਂਕ ਆਫ ਇੰਡੀਆ, ਇਹਦੇ ਅਕੋਰਡਿੰਗ ਜੋ ਨਵੀਂ ਇਕਨੋਮਿਕ ਪੋਲਿਸੀ ਆ ਉਸ ਨੂੰ ਕੀ ਕਿਹਾ ਗਿਆ ਸੀ। ਦਾ ਨਿਊ ਇਕਨੋਮਿਕ ਪੋਲਿਸੀ ਕੰਪਰਾਈਜ਼ਸ ਆਫ ਵੇਰੀਅਸ ਪੋਲਿਸੀ ਮੈਜ਼ਰਸ ਐਂਡ ਚੇਂਜਸ ਇੰਟਰੋਡਿਊਸਡ ਇਨ 91 ਤੱਕ ਜੋ ਕਿੰਨੀਆਂ ਵੀ ਚੇਂਜਸ ਕੀਤੀਆਂ ਗਈਆਂ ਉਹ ਸਾਰੀਆਂ ਦਾ ਇਕੱਠਾ ਸਮੂਹ ਜਿਹੜਾ ਹੈ ਉਸ ਨੂੰ 91 ਦੀ ਪੋਲਿਸੀ ਕਿਹਾ ਗਿਆ। ਲਾਈਕ ਜਿਵੇਂ ਆਪਾਂ ਪੜ੍ਹਿਆ ਕਿ ਪਹਿਲਾਂ ਕੀ ਹੋਇਆ ਨਾ, ਸੋਸ਼ਲਿਸਟਿਕ ਇਕੋਨਮੀ ਨੂੰ ਜਿਹੜਾ ਹੈ ਫੋਲੋ ਕੀਤਾ ਗਿਆ ਗਵਰਨਮੈਂਟ ਦੁਆਰਾ, ਲੇਕਿਨ ਉਸ ਦੇ ਵਿੱਚ ਵੀ ਕੁਝ ਪ੍ਰੋਬਲਮਸ ਆਈਆਂ ਔਰ ਜਿਹਦੇ ਨਾਲ ਕਿ ਗਵਰਨਮੈਂਟ ਸੈਕਟਰ ਜਿਹੜਾ ਹੈ ਉਹ ਬਿਲਕੁਲ ਬੈਂਟ ਹੋ ਗਿਆ ਔਰ ਉਹ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਆਪਣਾ ਰੋਲ ਜਿਹੜਾ ਹੈ ਅਪ ਟੂ ਮਾਰਕ ਪਲੇ ਨਹੀਂ ਕਰ ਪਾਇਆ। ਸੋ ਉਹਦੇ ਵਿੱਚ ਹੀ ਚੇਂਜਸ ਕੀਤੀਆਂ ਗਈਆਂ ਔਰ ਉਹ ਚੇਂਜਸ ਕੀ ਸੀ ਇਕਨੋਮਿਕ ਪੋਲਿਸੀ ਦੇ ਵਿੱਚ, ਕੀ ਕਾਜ਼ਸ ਸੀ ਜਿਹਦੇ ਕਰਕੇ ਸਾਨੂੰ ਇਕਨੋਮਿਕ ਪੋਲਿਸੀ ਜਿਹੜੀ ਹੈ ਅਡੋਪਟ ਕਰਨੀ ਪਈ। ਪਹਿਲਾਂ ਆਪਾਂ ਇਸ ਦੇ ਕਾਜ਼ ਨੂੰ ਡਿਸਕਸ ਕਰਦੇ ਹਾਂ। ਸੋ ਪਹਿਲਾ ਹੈ ਫਿਸਕਲ ਕ੍ਰਾਈਸਿਸ। ਫਿਸਕਲ ਕ੍ਰਾਈਸਿਸ ਕੀ ਹੁੰਦੇ ਆ? ਦੇਖੋ ਫਿਸਕਲ ਪੋਲਿਸੀ ਬਣਦੀ ਆ, ਗਵਰਨਮੈਂਟ ਇਸ ਪੋਲਿਸੀ ਨੂੰ ਬਣਾਉਂਦੀ ਆ, ਸਾਡਾ ਰੈਵਨਿਊ ਡਿਪਾਰਟਮੈਂਟ ਇਸ ਪੋਲਿਸੀ ਨੂੰ ਬਣਾਉਂਦਾ। ਇਸ ਫਿਸਕਲ ਪੋਲਿਸੀ ਦੇ ਅੰਦਰ ਕੀ ਆਉਂਦਾ? ਕਲੈਕਸ਼ਨ ਆਫ ਰੈਵਨਿਊ ਐਂਡ ਇਟਸ ਐਪਲੀਕੇਸ਼ਨ ਫॉर द ਇਕਨੋਮਿਕ ਡਿਵੈਲਪਮੈਂਟ। ਫਿਸਕਲ ਪੋਲਿਸੀ ਹੁੰਦੀ ਹੈ ਰਿਗਾਰਡਿੰਗ ਜੋ ਕਿ ਗਵਰਨਮੈਂਟ ਦਾ ਰੈਵਨਿਊ ਹੈ ਉਹ ਕਿਸ ਸੋਰਸ ਤੋਂ ਗਵਰਨਮੈਂਟ ਆਪਣਾ ਰੈਵਨਿਊ ਕਲੈਕਟ ਕਰੇਗੀ ਔਰ ਉਸ ਨੂੰ ਫਿਰ ਵਰਤਿਆ ਕਿੱਥੇ ਜਾਊਗਾ, ਮਤਲਬ ਉਸ ਦੀ ਐਪਲੀਕੇਸ਼ਨ ਜਿਹੜੀ ਹੈ ਸੋਰਸ ਦੀ ਉਹ ਕਿੱਥੇ ਕੀਤੀ ਜਾਊਗੀ। ਇਸ ਨੂੰ ਅਸੀਂ ਕੀ ਬੋਲਦੇ ਹਾਂ? ਫਿਸਕਲ ਪੋਲਿਸੀ ਕਹਿੰਦੇ ਹਾਂ। ਔਰ ਇਹਦੇ ਵਿੱਚ ਕ੍ਰਾਈਸਿਸ ਆਈਆਂ। ਕ੍ਰਾਈਸਿਸ ਦਾ ਮਤਲਬ ਕੀ ਕਿ ਗਵਰਨਮੈਂਟ ਦੇ ਕੋਲ ਪਬਲਿਕ ਵੈਲਫੇਅਰ ਦੇ ਲਈ ਪੈਸਾ ਲਗਾਉਣ ਦੇ ਲਈ ਤਾਂ ਬਹੁਤ ਜਗ੍ਹਾ ਸੀ, ਲੇਕਿਨ ਗਵਰਨਮੈਂਟ ਰੈਵਨਿਊ ਜਿਹੜਾ ਹੈ ਉਸ ਦੀ ਕਲੈਕਸ਼ਨ ਨਹੀਂ ਹੋ ਪਾਈ, ਜਿਸ ਨੂੰ ਕਿ ਅਸੀਂ ਕ੍ਰਾਈਸਿਸ ਦਾ ਨਾਮ ਦਿੰਦੇ ਹਾਂ। ਕਿ ਫਿਸਕਲ ਕ੍ਰਾਈਸਿਸ ਆਏ, ਗਵਰਨਮੈਂਟ ਦਾ ਰੈਵਨਿਊ ਬਹੁਤ ਘਟ ਗਿਆ। ਇਸ ਤੋਂ ਬਿਨਾਂ ਹੈਵੀ ਡੈਟ ਬਰਡਨ। ਡੈਟ ਦਾ ਮਤਲਬ ਹੁੰਦਾ ਲੋਨ, ਕਿ ਇੰਡੀਅਨ ਇਕੋਨਮੀ ਦੇ ਉੱਪਰ ਇੰਨਾ ਵੱਡਾ ਲੋਨ ਖੜਾ ਹੋ ਗਿਆ ਸੀ ਕਿ ਜਿਸ ਤਰ੍ਹਾਂ ਲਿਖਿਆ ਕਿ 39% ਆਫ ਦਾ ਗਵਰਨਮੈਂਟਸ ਰੈਵਨਿਊ ਵਾਜ਼ ਸਪੈਂਟ ਟੂ ਦਾ ਪੇ ਆਫ ਇੰਟਰਸਟ ਔਨ ਡੈਟ। ਮਤਲਬ ਜਿੰਨਾ ਸਾਡਾ ਗਵਰਨਮੈਂਟ ਨੂੰ ਰੈਵਨਿਊ ਕਲੈਕਟ ਹੋ ਰਿਹਾ ਉਸ ਦਾ ਸਿਰਫ 39% ਜਿਹੜਾ ਪਾਰਟ ਹੈ, ਦੇਖੋ ਕਿੰਨਾ ਵੱਡਾ ਪਾਰਟ ਹੈ, 39% ਪਾਰਟ ਸਿਰਫ ਔਰ ਸਿਰਫ ਲੋਨ ਦੇ ਇੰਟਰਸਟ ਨੂੰ ਪੇ ਕਰਨ ਦੇ ਵਿੱਚ ਜਾ ਰਿਹਾ। ਸਿਰਫ ਇੰਟਰਸਟ ਪੇ ਕਰ ਰਹੇ ਹਾਂ ਅਸੀਂ, ਉਹਦੀ ਇੱਕ ਇੰਸਟਾਲਮੈਂਟ ਨਹੀਂ ਵਾਪਸ ਕਰ ਰਹੇ ਔਰ 39% ਸਾਡਾ ਰੈਵਨਿਊ ਖਤਮ ਹੋ ਰਿਹਾ। ਠੀਕ ਹੈ, ਨੈਕਸਟ ਹੈ ਲੋ ਗਰੋਥ ਰੇਟ। ਕਿਉਂਕਿ ਦੇਖੋ ਹੁਣ ਫਿਸਕਲ ਕ੍ਰਾਈਸਿਸ ਆਏ, ਗਵਰਨਮੈਂਟ ਦਾ ਰੈਵਨਿਊ ਘਟ ਗਿਆ। ਰੈਵਨਿਊ ਕਿਉਂ ਘਟਿਆ? ਕਿਉਂਕਿ ਸਾਡੇ ਉੱਪਰ ਡੈਟ ਦਾ ਬਰਡਨ ਹੀ ਬਹੁਤ ਜ਼ਿਆਦਾ ਸੀ। 39% ਤਾਂ ਅਸੀਂ ਜਿਹੜਾ ਹੈ ਸਿਰਫ ਇੰਟਰਸਟ ਪੇ ਕਰਨ ਦੇ ਲਈ ਦੇ ਰਹੇ ਹਾਂ ਔਰ ਅਗਰ ਇਹ ਚੀਜ਼ਾਂ ਹੋਈਆਂ ਤਾਂ ਕੀ ਪ੍ਰੋਬਲਮ ਆਊਗੀ? ਗਰੋਥ ਰੇਟ ਜਿਹੜਾ ਹੈ ਉਹ ਲੋ ਹੋ ਜਾਏਗਾ ਔਰ ਇਹਦੇ ਨਾਲ ਗਰੋਥ ਰੇਟ ਲੋ ਹੋਣ ਦੀ ਕੀ ਜ਼ਿਆਦਾ ਪ੍ਰੋਬਲਮ ਕੀ ਆਏਗੀ? ਇਨਫਲੇਸ਼ਨਸ ਬਹੁਤ ਜ਼ਿਆਦਾ ਵੱਧ ਜਾਣਗੀਆਂ, ਜਿਸ ਨੂੰ ਅਸੀਂ ਮਹਿੰਗਾਈ ਕਹਿ ਦਿੰਦੇ ਹਾਂ। ਕਿ ਰੁਪਏ ਦੀ ਜੋ ਪਰਚੇਜ਼ਿੰਗ ਪਾਵਰ ਹੈ ਉਹ ਡਾਊਨ ਹੋ ਜਾਏਗੀ ਔਰ ਇਨਫਲੇਸ਼ਨਸ ਜੋ ਇਕੋਨਮੀ ਦੇ ਅੰਦਰ ਉਹ ਬਹੁਤ ਜ਼ਿਆਦਾ ਆ ਜਾਏਗਾ। ਬੈਲੈਂਸ ਆਫ ਪੇਮੈਂਟ ਦੀ ਕ੍ਰਾਈਸਿਸ ਆਈ। ਬੈਲੈਂਸ ਆਫ ਪੇਮੈਂਟ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਇੰਪੋਰਟ ਐਕਸਪੋਰਟ ਕਰਦੇ ਹਾਂ। ਐਕਸਪੋਰਟ ਕਰਾਂਗੇ ਤਾਂ ਅਸੀਂ ਸਮਾਨ ਬਾਹਰਲੀ ਕੰਟਰੀ 'ਚ ਭੇਜਾਂਗੇ, ਉੱਥੋਂ ਸਾਨੂੰ ਜੋ ਪੇਮੈਂਟ ਹੈ ਉਹ ਡਾਲਰਸ ਦੇ ਵਿੱਚ ਮਿਲੂਗੀ। ਅਗਰ ਅਸੀਂ ਜ਼ਿਆਦਾ ਇੰਪੋਰਟ ਕਰਾਂਗੇ ਤਾਂ ਉਸ ਦੇ ਵਿੱਚ ਕੀ ਹੋਊਗਾ ਕਿ ਅਸੀਂ ਸਮਾਨ ਬਾਹਰੋਂ ਮੰਗਵਾ ਰਹੇ ਹਾਂ, ਇਟ ਮੀਨਸ ਅਸੀਂ ਡਾਲਰਸ 'ਚ ਪੇ ਕਰਾਂਗੇ। ਇਹਦੇ ਵਿੱਚ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਕਿ ਜਿੰਨਾ ਕੁ ਪੈਸਾ ਅਸੀਂ ਬਾਹਰਲੀ ਕੰਟਰੀਜ਼ ਨੂੰ ਪੇ ਕਰ ਰਹੇ ਹਾਂ ਓਨਾ ਕੁ ਪੈਸਾ ਐਟਲੀਸਟ ਸਾਨੂੰ ਬਾਹਰੋਂ ਮਿਲਦਾ ਵੀ ਰਹੇ, ਤਾਂ ਜੋ ਉਹਦੇ ਵਿੱਚ ਇੱਕ ਬੈਲੈਂਸ ਬਣਿਆ ਰਹੇ। ਲੇਕਿਨ ਜਦੋਂ ਇਹ ਬੈਲੈਂਸ ਵਿਗੜ ਜਾਂਦਾ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਪ੍ਰੋਬਲਮ ਰਿਲੇਟਡ ਬੈਲੈਂਸ ਆਫ ਪੇਮੈਂਟ। ਇਹਦੀ ਕ੍ਰਾਈਸਿਸ ਵੀ ਆਏ ਕਿ ਪੇਮੈਂਟ ਫਰੋਮ ਐਂਡ ਮੇਡ ਟੂ ਦ ਆਊਟਸਾਈਡਰਸ।
ਜੋ ਆਊਟਸਾਈਡ ਕੰਟਰੀਜ਼ ਹੈ ਉਹਦੇ ਵਿੱਚ ਜੋ ਸਾਨੂੰ ਪੇਮੈਂਟ ਅਸੀਂ ਉਹਨਾਂ ਤੋਂ ਲੈ ਰਹੇ ਹਾਂ ਜਾਂ ਅਸੀਂ ਪੇਮੈਂਟ ਉਹਨਾਂ ਨੂੰ ਦੇ ਰਹੇ ਹਾਂ, ਇਹਨਾਂ ਦੋਨਾਂ ਦੇ ਵਿੱਚ ਕ੍ਰਾਈਸਿਸ ਆ ਗਈਆਂ, ਇਹਨਾਂ ਦੋਨਾਂ ਦਾ ਬੈਲੈਂਸ ਜੋ ਹੈ ਹਿੱਲ ਗਿਆ। ज़्यादा पेमेंट असी कर रहे सी, असी रिसीव उधरों कुछ नहीं कर रहे, जिस नाल साडा जिहड़ा बैलेंस ऑफ पेमेंट है ये क्राइसिस आई। इस तो बिना की होया, फॉरन एक्सचेंज रिजर्व क्राइसिस आईयां साडे कोल फॉरन एक्सचेंज रिजर्व हिल गया, क्योंकि बैलेंस ऑफ पेमेंट हिलिया होया। सानू बाहरों जो पेमेंट ही नहीं मिलूगी तो साडे कोल जो रिजर्व्स ने वो भी हिल जाएंगे, हौली हौली वो घट जाएंगे, खत्म हो जाएंगे। तो ये नाल की होया, इंडियन रूपी फॉल अगेंस्ट डॉलर 26% का फॉल जो है इंडियन रूपी के विच आया। डॉलर के मुकाबले साडा रुपया जिहड़ा 26% होर ज़्यादा गिर गया। लैक ऑफ कॉन्फिडेंस इन द इंडियन इकोनॉमी फॉर द फॉरन एंटरप्रेन्योर एंड इंडस्ट्रीज़। हुण जिहड़े फॉरन एंटरप्रेन्योर्स ने, फॉरन इंडस्ट्री है, अगर असीं ये कहिए कि वो साडी इंडस्ट्री दे विच पैसा लगाए, इन्वेस्टमेंट करे, तो उन्हां दा जो कॉन्फिडेंस सी इंडियन इंडस्ट्री के लिए वो हिल गया, वो घट गया, क्योंकि उन्होंने लग्या कि आज उपरलियां प्रॉब्लम्स आ रही ने, फिजिकल क्राइसिस है, डैट कलैक्शन ही बहुत ज़्यादा है कंट्री के उपर, ग्रोथ रेट लो है, इत्थे इन्फ्लेशन ही बहुत ज़्यादा ने, तो उन्हों का जो इन्वेस्टमेंट प्लान सी इंडियन इंडस्ट्री के अंदर वो खत्म हो गया कि उन्होंने जिहड़ा इन्वेस्टमेंट करन दा अपना जो नज़रिया सी, सिनेरियो वो चेंज कर लिया। ठीक है जी। नैक्सट पॉइंट है पुअर परफॉर्मेंस ऑफ पब्लिक सैक्टर। ऑलरेडी वी हैव डिस्कस्ड कि सानू ये प्रॉब्लम्स आईयां कि जिन्ना साडा पब्लिक सैक्टर सी वो अप टू मार्क काम ही नहीं कर पाया, जिहदे करके साडे पब्लिक सैक्टर की परफॉर्मेंस जिहड़ी है वो काफ़ी पुअर हो गई। इस तो बिना कंडीशनस इंपोज्ड बाय IMF जिहड़ा है इंटरनैशनल मॉनिटरी फंड, जिहड़ा इसने की प्रॉमिस किया इंडियन इंडस्ट्री नू या इंडियन गवर्नमेंट नू कि वो सिर्फ फंड उदों ही प्रोवाइड करनगे। कंडीशन की रखी, टू चेंज द इकनॉमिक पॉलिसी, कि जो अपनी इकनॉमिक पॉलिसी है थोड़ी जो चल रही है पहली, जिस के अंदर असी सोशलिस्टिक इकॉनमी रखी, असी पब्लिक सैक्टर नू ज़्यादा बढ़त दी कि उसनू चेंज करो और कोई नवी पॉलिसी जिहड़ी है लेके आओ। सो ये सारी रीजनों का एक कारण बनया। ड्यू टू द अबव रीजनस इंडियन गवर्नमेंट हैज़ टू अडॉप्ट द न्यू इकनॉमिक पॉलिसी 91। इन्हां सारे रीजनों करके इंडियन गवर्नमेंट नू जो है 1991 के अंदर नवी पॉलिसी नू इंट्रोड्यूस करना पिया। हुण नवी पॉलिसी के किहड़े-किहड़े फीचर सी, फीचर्स डिस्कस करते हैं आपां। फर्स्ट है अबॉलिशंस ऑफ इंडस्ट्रीयल लाइसेंस सिस्टम जिहड़ा है ख़त्म कर दिता इत्थे। देखो पहला किसी भी इंडस्ट्री दे विच आउण दे लई, कोई भी काम करन दे लई सानू जिहड़े है लाइसेंस की जरूरतां पैंदियां, लेकिन हुण की होया सी कि लाइसेंस सिस्टम खत्म कर दिता। ओनली 3 इंडस्ट्रीज़ रिमेन अंडर द लाइसेंस सिस्टम। किहड़ियां इंडस्ट्रियां रखियां गईयां? डिफेंस रखा गया, ऑटोमैटिक एनर्जी रखी गई, ऑटोमिक एंड रेलवे रखा गया। ये 3 इंडस्ट्रीज़ नूं छड्ड के, 3 सैक्टर नूं छड्ड के बाकी सारे सैक्टर जिहड़े है ओपन कर दिते गए कि कोई भी आके फ्रीली विदाउट अक्वायरिंग एनी काइंड ऑफ लाइसेंस यू कैन स्टार्ट योर बिजनेस, स्टार्ट कर सकते हो। नैक्सट है लिमिटेड रोल ऑफ पब्लिक सैक्टर, क्योंकि तुसी लाइसेंस सिस्टम खत्म कर दिता, ये नाल फिर की होया कि इंडस्ट्री लगाने के लिए अगे कौन आऊगा? ऑबवियस कि प्राइवेट सैक्टर अगे आऊगा। सो प्राइवेट सैक्टर को थोड़ा जहा बूस्टअप किया गया थे कि लिमिटेड बाय लिमिटाइजिंग द रोल ऑफ पब्लिक सैक्टर, कि उन्हों का रोल जो है उसको लिमिटाइज कर दिता गया। एक्सैप्ट यही 3 इंडस्ट्रियां नूं छड्ड के बाकी सारे सैक्टर जिहड़े है वो लाइसेंस फ्री कर दिते गए और ओपन कर दिते गए पब्लिक सैक्टर प्राइवेट सैक्टर के लिए भी। नैक्सट है लाइबरलाइजेशन लियांदी गई फॉरन इन्वेस्टमेंट के अंदर, मतलब कि ओदियां जो रिस्ट्रिक्शनस लगियां हुई सी इंपोज कीतियां उहदे उपर वो रिस्ट्रिक्शनस हटा दित्तियां गईयां, घटा दित्तियां गईयां कि फॉरन ट्रेड इन्वेस्टमेंट जिहड़ी है वो भी आ सकती है। नैक्सट है टैक्नोलॉजिकल अपग्रेडेशन। हुण इंडियन इंडस्ट्री जिहड़ी है उसनूं ये भी परमिशन दित्ती गई कादे वास्ते? टू साइन द एग्रीमेंट फॉर टैक्नोलॉजिकल अपग्रेडेशन विद द फॉरन कंपनीज़, कि असी फॉरन इंडस्ट्री दे नाल किसी भी तरह के जो कॉन्ट्रैक्ट है वो साइन कर सकते हैं, जिस नाल असी फॉरन जिहड़ी उत्थे दी टैक्नोलॉजी चल रही है वो असी अपनी इंडिया दे विच लैके आईए और साडी टैक्नोलॉजी नूं असी अपग्रेड करिए। सो इस तरह के कॉन्ट्रैक्ट साइन करने की इजाज़त दे दी गई। नैक्सट पॉइंट है लाइबरलाइज्ड फॉरन ट्रेड, कि फॉरन ट्रेड जिहड़ा है वो भी लाइबरलाइज कर दिता गया, ਉਹਦੇ ਵਿੱਚ भी काफ़ी आज़ादी दे दी गई बाय रिमूविंग रिस्ट्रिक्शनस ऑन फॉरन ट्रेड, कि जो फॉरन ट्रेड के उपर रिस्ट्रिक्शनस लगियां हुई सी और रिमूव कर दित्तियां गवर्नमेंट ने। एवरीवन इज़ फ्री फॉर द फॉरन ट्रेड, इंपोर्ट एक्सपोर्ट असी कर सकते हैं, रिस्ट्रिक्शनस गवर्नमेंट ने हटा दित्तियां।
ਨੈਕਸਟ ਪੁਆਇੰਟ ਕੀ ਲਿਆ, ਸੈਟਅਪ ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ, ਕਿਉਂਕਿ ਪਹਿਲਾਂ ਫੋਰਨ ਜਿਹੜਾ ਸਾਡਾ ਰਿਜ਼ਰਵ ਸੀ, ਦੇਖੋ ਅਸੀਂ ਪਹਿਲਾਂ ਕ੍ਰਾਈਸਿਸ ਪੜ੍ਹੀਆਂ ਸੀ, ਸਾਡਾ ਉਹ ਰਿਜ਼ਰਵ ਵੀ ਹਿੱਲਿਆ, ਫੋਰਨ ਇਨਵੈਸਟਮੈਂਟਸ ਹਿੱਲੀਆਂ। ਉਸ ਤੋਂ ਬਾਅਦ ਕੀ ਹੋਇਆ, ਇੱਕ ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਅਲੱਗ ਤੋਂ ਗਵਰਨਮੈਂਟ ਨੇ ਜਿਹੜਾ ਹੈ ਸੈਟਅਪ ਕਰ ਦਿੱਤਾ, ਜਿਸ ਦਾ ਕੰਮ ਕੀ ਹੈ ਕਿ ਬਾਹਰੋਂ ਅਸੀਂ ਇਹ ਦੇਖਣਾ ਕਿ ਕਿਸ ਤਰ੍ਹਾਂ ਜਿਹੜੀ ਹੈ ਇੰਡੀਅਨ ਇੰਡਸਟਰੀ ਜਾਂ ਇੰਡੀਅਨ ਇਕੋਨਮੀ ਦੇ ਅੰਦਰ ਅਸੀਂ ਫੋਰਨ ਇਨਵੈਸਟਮੈਂਟ ਕਰਵਾ ਸਕੀਏ। ਸੋ ਇਹ ਬੋਰਡ ਸੈਟਅਪ ਕਰ ਦਿੱਤਾ ਗਿਆ। ਲਾਸਟ ਪੁਆਇੰਟ ਕੀ ਰੱਖਿਆ ਗਿਆ, ਇਨਸੈਂਟਿਵਸ ਫॉर द ਸਮਾਲ ਸਕੇਲ ਸੈਕਟਰ। ਹੁਣ ਇਹਦੇ ਅੰਦਰ ਜਿਹੜਾ ਹੈ ਸਮਾਲ ਸਕੇਲ ਸੈਕਟਰ ਹੈ ਉਹਦੇ ਲਈ ਵੇਰੀਅਸ ਕਾਈਂਡ ਆਫ ਇਨਸੈਂਟਿਵ ਰੱਖੇ ਗਏ, ਜਿਹਦੇ ਵਿੱਚੋਂ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਟੈਕਸ ਰਿਬੇਟਸ ਦਿੱਤੀਆਂ ਗਈਆਂ, ਉਹਨਾਂ ਨੂੰ ਲਾਇਸੈਂਸ ਸਿਸਟਮ ਤੋਂ ਹਟਾ ਦਿੱਤਾ ਗਿਆ, ਹੈ ਨਾ। ਸੋ ਕਈ ਤਰ੍ਹਾਂ ਦੀਆਂ ਉਹਨਾਂ ਦੇ ਲਈ ਜਿਹੜੇ ਹੈ ਲੋਨ ਰੱਖੇ ਗਏ, ਇੰਟਰਸਟ ਫ੍ਰੀ ਲੋਨ ਰੱਖੇ ਗਏ। ਸੋ ਵੇਰੀਅਸ ਕਾਈਂਡ ਆਫ ਇਨਸੈਂਟਿਵਸ ਵਰ ਅਨਾਊਂਸਡ ਫॉर ਸੈਟਿੰਗ ਅਪ ਐਂਡ ਫॉर द ਡਿਵੈਲਪਮੈਂਟ ਆਫ ਸਮਾਲ ਸਕੇਲ ਇੰਡਸਟਰੀਜ਼। ਹੁਣ ਜੋ ਆਬਜੈਕਟਿਵ ਜਿਹੜੇ ਹੈ ਸਾਡੀ ਨਿਊ ਇਕਨੋਮਿਕ ਪੋਲਿਸੀ ਹੈ, ਇਹਦੇ ਕਿਹੜੇ ਆਬਜੈਕਟਿਵਸ ਬਣੇ। ਫਸਟ ਇਜ਼ ਟੂ ਰਿਡਿਊਸ ਦਾ ਫਿਸਕਲ ਡੈਫੀਸ਼ੀਐਂਸੀ, ਜੋ ਸਾਡੀ ਫਿਸਕਲ ਡੈਫੀਸ਼ੀਐਂਸੀ ਸੀ ਰਿਗਾਰਡਿੰਗ ਗਵਰਨਮੈਂਟ ਰੈਵਨਿਊ ਐਂਡ ਇਟਸ ਐਪਲੀਕੇਸ਼ਨ ਔਨ ਦਾ ਪਬਲਿਕ ਵੈਲਫੇਅਰ। ਜੋ ਸਾਡੇ ਕੋਲ ਗਵਰਨਮੈਂਟ ਰੈਵਨਿਊ ਘਟ ਰਿਹਾ ਸੀ, ਗਵਰਨਮੈਂਟ ਦੇ ਖਰਚੇ ਬਹੁਤ ਜ਼ਿਆਦਾ ਸੀ, ਉਹਦੀ ਡੈਫੀਸ਼ੀਐਂਸੀ ਨੂੰ ਹਟਾਉਣ ਦੇ ਲਈ, ਘਟਾਉਣ ਦੇ ਲਈ ਇਹ ਜਿਹੜੀ ਪੋਲਿਸੀ ਇਸ ਨੂੰ ਅਡਾਪਟ ਕੀਤਾ ਗਿਆ। ਨੈਕਸਟ, ਪਬਲਿਕ ਸੈਕਟਰ ਸਾਡਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਕਮਜ਼ੋਰ ਪੈ ਚੁੱਕਿਆ ਸੀ, ਤਾਂ ਉਸ ਦਾ ਰੋਲ ਜਿਹੜਾ ਹੈ ਉਸ ਨੂੰ ਘਟਾਉਣ ਦੇ ਲਈ ਰਿਸਟ੍ਰਿਕਟ ਕੀਤਾ ਉਹਦਾ ਰੋਲ, ਪ੍ਰਾਈਵੇਟ ਸੈਕਟਰ ਇਸ ਦੇ ਅੰਦਰ ਇੰਟਰੋਡਿਊਸ ਕੀਤਾ ਗਿਆ। ਸੋ ਇਸ ਦੇ ਨਾਲ ਵੀ ਜਿਹੜਾ ਹੈ ਗਵਰਨਮੈਂਟ ਦਾ ਬੈਨੀਫਿਟ ਹੋਇਆ। ਨੈਕਸਟ, ਟੂ ਮੇਕ ਦ ਟ੍ਰੇਡ ਕੰਡੀਸ਼ਨਸ ਲਿਬਰਲਾਈਜ਼, ਜੋ ਟ੍ਰੇਡ ਕੰਡੀਸ਼ਨਸ ਨੇ ਉਸ ਨੂੰ ਕਾਫੀ ਹੱਦ ਤੱਕ ਲਾਈਬਰਲਾਈਜ਼ ਕਰ ਦਿੱਤਾ ਗਿਆ, ਆਸਾਨ ਕਰ ਦਿੱਤਾ ਗਿਆ। ਲਾਇਸੈਂਸ ਸਿਸਟਮ ਹਟਾਇਆ, ਇੰਪੋਰਟ ਐਕਸਪੋਰਟ ਤੁਹਾਡੇ ਲਈ ਕਰ ਦਿੱਤਾ, ਰਿਸਟ੍ਰਿਕਸ਼ਨਸ ਹਟਾਤੀਆਂ, ਫੋਰਨ ਇਨਵੈਸਟਮੈਂਟ ਬੋਰਡ ਬਣਾ ਦਿੱਤਾ ਗਿਆ, ਹੈ ਨਾ। ਸੋ ਜੋ ਪ੍ਰੋਬਲਮਸ ਆ ਰਹੀਆਂ ਸੀ ਉਸ ਨੂੰ ਈਜ਼ੀ ਕਰ ਦਿੱਤਾ, ਉਸ ਨੂੰ ਈਜ਼ੀ ਕਰਨ ਦੇ ਲਈ ਸਾਨੂੰ ਇਹ ਪੋਲਿਸੀ ਜਿਹੜਾ ਹੈ ਇਹਦਾ ਆਬਜੈਕਟ ਬਣਿਆ। ਨੈਕਸਟ ਹੈ ਟੂ ਇੰਪਰੂਵ ਦ ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਹਿੱਲਿਆ ਪਿਆ ਸੀ ਕਿ ਸਾਡੇ ਕੋਲ ਕੀ ਹੈ, ਇੰਪੋਰਟ ਦੇ ਲਈ ਅਸੀਂ ਪੇਮੈਂਟ ਜਿਹੜੀ ਆ ਬਹੁਤ ਜ਼ਿਆਦਾ ਬਾਹਰ ਭੇਜ ਰਹੇ ਹਾਂ, ਐਕਸਪੋਰਟ 'ਤੇ ਸਾਨੂੰ ਕੁਛ ਆ ਨਹੀਂ ਰਿਹਾ, ਅਸੀਂ ਐਕਸਪੋਰਟ ਕਰ ਹੀ ਨਹੀਂ ਰਹੇ। ਇੰਪੋਰਟ ਐਕਸਪੋਰਟ ਨਹੀਂ ਕਰ ਰਹੇ ਤਾਂ ਸਾਨੂੰ ਉਸ ਦੀ ਪ੍ਰੋਬਲਮ ਆਣੀ ਸੀ। ਸੋ ਉਹ ਚੀਜ਼ਾਂ ਕਰਨ ਦੇ ਨਾਲ ਵੀ ਸਾਨੂੰ ਕੀ ਹੈ ਬੈਨੀਫਿਟ ਮਿਲਿਆ ਕਿ ਬੈਲੈਂਸ ਆਫ ਪੇਮੈਂਟ ਜੋ ਹਿੱਲਿਆ ਪਿਆ ਸੀ ਉਸ ਦੇ ਵਿੱਚ ਵੀ ਕਾਫੀ ਹੱਦ ਤੱਕ ਜਿਹੜਾ ਹੈ ਇੰਪਰੂਵਮੈਂਟ ਆਈ। ਨੈਕਸਟ ਹੈ ਟੂ ਇਨਕਰੀਜ਼ ਦ ਰੇਟ ਆਫ ਗਰੋਥ ਐਂਡ ਇਕਨੋਮਿਕ ਸਟੇਬਿਲਿਟੀ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੋਇਆ, ਇਹਨਾਂ ਸਾਰੀਆਂ ਚੀਜ਼ਾਂ ਨਾਲ ਸਾਡੀ ਇਕਨੋਮਿਕ ਗਰੋਥ ਜਿਹੜੀ ਹੈ ਉਸ ਦਾ ਰੇਟ ਉਹ ਵੀ ਇੰਪਰੂਵ ਕਰ ਗਿਆ ਔਰ ਸਾਡੀ ਜਿਹੜੀ ਇਕਨੋਮਿਕ ਸਟੇਬਿਲਿਟੀ ਹੈ ਉਹ ਵੀ ਆ ਗਈ। ਟੂ ਕੰਟਰੋਲ ਦ ਇਨਫਲੇਸ਼ਨ, ਜੋ ਇਨਫਲੇਸ਼ਨਸ ਦੇਖੋ ਜੋ ਰੁਕਾਵਟਾਂ ਇਸ ਤੋਂ ਪਹਿਲਾਂ ਸੀ ਇਕੋਨਮੀ ਦੇ ਅੰਦਰ, ਉਹ ਸਾਰੀਆਂ ਰੁਕਾਵਟਾਂ ਕਿਵੇਂ ਹਟੀਆਂ, ਵਿਦ ਦਾ ਹੈਲਪ ਆਫ ਨਿਊ ਇਕਨੋਮਿਕ ਪੋਲਿਸੀ, ਇਹਦੇ ਨਾਲ ਹਟੀਆਂ। ਸੋ ਨੈਕਸਟ ਪੁਆਇੰਟ ਹੈ ਟੂ ਇੰਪਰੂਵ ਦ ਰੋਲ ਆਫ ਇੰਡਸਟਰੀ ਇਨ ਦ ਇਕਨੋਮਿਕ ਗਰੋਥ ਐਂਡ ਡਿਵੈਲਪਮੈਂਟ। ਤੁਸੀਂ ਸਮਾਲ ਸਕੇਲ ਸੈਕਟਰਸ ਨੂੰ ਲੈ ਕੇ ਆਏ, ਉਹਨਾਂ ਦੇ ਲਈ ਲਾਇਸੈਂਸ ਫ੍ਰੀ ਕਰ ਦਿੱਤਾ। ਤੁਸੀਂ ਜਿਹੜੇ ਪ੍ਰਾਈਵੇਟ ਸੈਕਟਰ ਹੈ ਉਸ ਨੂੰ ਲੈ ਕੇ ਆਏ, ਜੋ ਸਾਡਾ ਪਬਲਿਕ ਸੈਕਟਰ ਸੀ ਉਸ ਦਾ ਰੋਲ ਅਸੀਂ ਘਟਾ ਦਿੱਤਾ। ਸੋ ਇਹਦੇ ਨਾਲ ਕੀ ਹੋਇਆ, ਇੱਕ ਜਿਹੜੀ ਇੰਡਸਟਰੀਅਲਾਈਜੇਸ਼ਨ ਹੈ ਉਸ ਦੇ ਵਿੱਚ ਇੰਪਰੂਵਮੈਂਟ ਆਈ। ਇੰਡਸਟਰੀਅਲਾਈਜੇਸ਼ਨ ਦੇ ਵਿੱਚ ਇੰਪਰੂਵਮੈਂਟ ਆਈ ਤਾਂ ਕਿਤੇ ਨਾ ਕਿਤੇ ਜੋ ਸਾਡੀ ਇਕਨੋਮਿਕ ਡਿਵੈਲਪਮੈਂਟ ਹੈ ਉਹਦੇ ਵਿੱਚ ਇੰਡਸਟਰੀ ਨੇ ਵੀ ਆਪਣਾ ਜਿਹੜਾ ਰੋਲ ਹੈ ਉਹ ਪਲੇ ਕਰਨਾ ਸ਼ੁਰੂ ਕਰ ਦਿੱਤਾ। ਸੋ ਮੇਜਰ ਚੇਂਜਸ ਕੀ ਆਈਆਂ ਨਵੀਂ ਇਕਨੋਮਿਕ ਪੋਲਿਸੀ ਦੇ ਨਾਲ। ਫਸਟ ਇਜ਼ ਲਾਈਬਰਲਾਈਜੇਸ਼ਨ, ਸੈਕੰਡ ਇਜ਼ ਪ੍ਰਾਈਵੇਟਾਈਜੇਸ਼ਨ, ਥਰਡ ਇਜ਼ ਗਲੋਬਲਾਈਜੇਸ਼ਨ। ਇਹ ਸਾਰਾ ਅਸੀਂ ਨੈਕਸਟ ਲੈਕਚਰ ਦੇ ਅੰਦਰ ਡਿਸਕਸ ਕਰਾਂਗੇ। ਸੋ ਆਈ ਹੋਪ ਕਿ ਅੱਜ ਦਾ ਲੈਕਚਰ ਆਪਾਂ ਨੂੰ ਸਮਝ ਆ ਗਿਆ ਹੋਊਗਾ ਕਿ ਨਵੀਂ ਇਕਨੋਮਿਕ ਪੋਲਿਸੀ ਕੀ ਹੈ, 91 ਤੋਂ ਬਾਅਦ ਕੀ ਚੇਂਜਸ ਆਈਆਂ, ਗਵਰਨਮੈਂਟ ਨੇ ਕੀ ਚੇਂਜਸ ਲਿਆਂਦੀਆਂ, ਰਿਫਾਰਮਸ ਕਿਸ ਤਰ੍ਹਾਂ ਆਇਆ ਸਾਡੀ ਇਕਨੋਮਿਕ ਪੋਲਿਸੀ ਦੇ ਅੰਦਰ। ਸੋ ਹੋਪਫੁਲੀ ਕਿ ਅੱਜ ਦਾ ਟੌਪਿਕ ਸਮਝ ਆ ਗਿਆ ਹੋਊਗਾ ਤੁਹਾਨੂੰ। ਅਗਰ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ ਦ ਵੀਡੀਓ। Keep supporting the channel, like, subscribe and share. Thank you.